ਧੰਨ ਵਾਹਿਗੁਰੂ ਜੀਓ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਭਜੋ ਗੋਬਿੰਦ ਕੂੜ ਮਤ ਜਾਹੁ, ਮਾਨਸ ਜਨਮ ਕਾ ਏਹੀ ਲਾਹੁ ਰਹਾਉ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਬ ਲਗ ਬੇਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨੋ ਸਾਰਿੰਗ ਪਾਨੀ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੋ ਕਿਛ ਕਰਹਿ ਸੋਈ ਅਬਸਾਰ, ਫਿਰ ਪਛੁਤਾਹੁ ਨਾ ਪਾਵਹੁ ਪਾਰ। ਸੋ ਸੇਵਕ ਜੋ ਲਾਇਆ ਸੇਵ, ਤਿਨਹੀ ਪਾਏ ਨਿਰੰਜਨ ਦੇਵ। ਗੁਰ ਮਿਲ ਤਾਕੇ ਖੁੱਲੇ ਕਪਾਟ, ਬਹੁਰ ਨ ਆਵੈ ਜੋਨੀ ਬਾਟ। ਇਹੀ ਤੇਰਾ ਅਵਸਰ ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਕਹਿਤ ਕਬੀਰ ਜੀਤ ਕੈ ਹਾਰ, ਬਹੁ ਬਿਧ ਕਹਿਓ ਪੁਕਾਰ ਪੁਕਾਰ। ਕਹਿਤ ਕਬੀਰ ਜੀਤ ਕੈ ਹਾਰ, ਬਹੁ ਬਿਧ ਕਹਿਓ ਪੁਕਾਰ ਪੁਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਗਿਆਨ ਸਰੂਪ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਹਜ਼ੂਰ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਬੜੀ ਇਕਾਗਰਤਾ ਪ੍ਰੇਮ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਸੱਜ ਕੇ ਆਪ ਜੀ ਨੇ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਸ਼ਬਦ ਕੀਰਤਨ ਦਾ ਗੁਰੂ ਸਵਾਰਿਆਂ ਪਾਸੋਂ ਲਾਭ ਲਾਹਾ ਪ੍ਰਾਪਤ ਕੀਤਾ ਹੈ। ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਕਰਨ ਦਾ ਸਤਿਗੁਰੂ ਜੀ ਆਪਾਂ ਨੂੰ ਇਹ ਸਮਾਂ ਇਹ ਸਬੱਬ ਬਖਸ਼ਿਸ਼ ਕਰਦੇ ਹਨ। ਸੋ ਇਸੇ ਲੜੀ ਤਹਿਤ ਆਪ ਜੀ ਨੇ ਹੁਣੇ ਹੀ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1159 ਉੱਪਰ ਸੁਭਾਇਮਾਨ ਹੈ। ਰਾਗ ਭੈਰੋਂ ਦੇ ਵਿੱਚ ਇਹ ਪਾਵਨ ਸ਼ਬਦ ਦਰਜ ਹੈ ਔਰ ਇਹ 9ਵਾਂ ਸ਼ਬਦ ਇਸ ਰਾਗ ਦੇ ਵਿੱਚ ਹੈ। ਭਗਤ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਭਗਤ ਕਬੀਰ ਸਾਹਿਬ ਜੀ ਇਸ ਮੁਬਾਰਕ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਕਹਿੰਦੇ ਹਨ ਕਿ ਮਨੁੱਖ ਅਜਿਹੀ ਦਸ਼ਾ ਵਿੱਚ ਹੈ ਕਿ ਇਹ ਆਪਣੇ ਜੀਵਨ ਦਾ ਮਕਸਦ ਸੰਸਾਰ ਦੀਆਂ ਕੁਝ ਚੀਜ਼ਾਂ ਦੇ ਬਹਿਕਾਵੇ ਵਿੱਚ, ਭੁਲੇਖੇ ਵਿੱਚ, ਛਲਾਵੇ ਵਿੱਚ ਆ ਕੇ ਭੁੱਲ ਜਾਂਦਾ ਹੈ। ਮਾਨੋ ਮਨੁੱਖ ਦੀ ਹਾਲਤ ਉਸ ਰਾਹੀ ਵਰਗੀ ਹੈ ਜਿਸ ਦੀ ਮੰਜ਼ਿਲ ਕੋਈ ਹੋਰ ਹੈ। ਉਹ ਘਰੋਂ ਚੱਲਿਆ ਹੈ, ਉਹਨੇ ਜ਼ਰੂਰੀ ਕਿਤੇ ਪਹੁੰਚਣਾ ਹੈ, ਉੱਥੇ ਪਹੁੰਚੇ ਬਿਨਾਂ ਉਸ ਦਾ ਗੁਜ਼ਾਰਾ ਨਹੀਂ। ਪਰ ਉਹ ਰਸਤੇ ਵਿੱਚ ਕਿਸੇ ਬਾਜ਼ਾਰ ਵਿੱਚ ਖਲੋ ਜਾਂਦਾ ਹੈ, ਕਦੇ ਕਿਸੇ ਦੁਕਾਨ ਵਿੱਚ ਖਲੋ ਜਾਂਦਾ ਹੈ, ਕਦੇ ਕਿਸੇ ਰਾਹੀ ਨੂੰ ਵੇਖਦਾ ਹੈ। ਹਰ ਚੀਜ਼ ਦੇ ਉੱਤੇ ਉਹ ਆਪਣਾ ਸਮਾਂ ਖਰਾਬ ਕਰਦਾ ਰਹਿੰਦਾ ਹੈ। ਕਦੇ ਕਿਤੇ ਬੈਠ ਜਾਂਦਾ ਹੈ, ਕਦੇ ਕਿਸੇ ਨਾਲ ਗੱਲਾਂ ਕਰਦਾ ਹੈ, ਕਦੇ ਕਿਸੇ ਰਾਹੀ ਦੇ ਕੋਲ ਬਹਿ ਜਾਂਦਾ ਹੈ। ਕੋਈ ਪਿੰਡ ਆਉਂਦਾ ਤੇ ਉੱਥੋਂ ਹੀ ਕਿੰਨਾ ਕਿੰਨਾ ਸਮਾਂ ਗੁਜ਼ਾਰ ਦਿੰਦਾ ਹੈ। ਇਵੇਂ ਉਹਦਾ ਬਹੁਤਾ ਸਮਾਂ, ਜਿੰਨੀ ਉਹਨੂੰ ਲਿਮਟ ਦਿੱਤੀ ਗਈ, ਸਮਾਂ ਦਿੱਤਾ ਗਿਆ ਵੀ ਤੂੰ ਰਸਤੇ ਵਿੱਚ ਦੀ ਲੰਘਣਾ ਵੀ ਹੈ, ਤੂੰ ਆਪਣੀ ਅੱਖਾਂ ਨਾਲ ਸਾਰਾ ਕੁਝ ਵੇਖ ਵੀ ਸਕਦਾ ਹੈ, ਤੂੰ ਕੰਨਾਂ ਨਾਲ ਸੁਣੀ ਵੀ, ਭੁੱਖ ਲੱਗੇਗੀ ਖਾਈ ਵੀ, ਤੂੰ ਲੋਕਾਂ ਨਾਲ ਚੰਗਾ ਵਿਹਾਰ ਕਰਦਿਆਂ ਹੋਇਆ ਸਫ਼ਰ ਵੀ ਤੈਅ ਕਰੀ, ਜਿਹਨੂੰ ਆਪਾਂ ਕਹਿੰਦੇ ਵੀ ਰਸਤੇ ਨੂੰ ਇੰਜੋਏ ਵੀ ਕਰੀ, ਆਪਣੇ ਸਫ਼ਰ ਨੂੰ। ਪਰ ਆਪਣੀ ਮੰਜ਼ਿਲ ਦਾ ਚੇਤਾ ਰੱਖੀ ਵੀ ਤੂੰ ਉੱਥੇ ਜਾਣਾ ਜ਼ਰੂਰ ਹੈ। ਪਰ ਉਹ ਮਨੁੱਖ ਰਸਤੇ ਵਿੱਚ ਹੀ ਉਲਝਿਆ ਰਹਿੰਦਾ ਹੈ। ਮਨ ਨੂੰ ਇੰਨਾ ਉਲਝ ਗਿਆ ਵੀ ਉਹਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਤਾਂ ਕਿਤੇ ਜਾਣਾ ਹੈ। ਉਹ ਕਿਸੇ ਪਿੰਡ ਵਿੱਚ ਰੁਕਿਆ। ਉਸ ਪਿੰਡ ਵਿੱਚ ਜਾਂ ਨਗਰ ਵਿੱਚ ਜਾਂ ਸ਼ਹਿਰ ਵਿੱਚ ਰੁਕ ਕੇ ਉਹਨੇ ਕੁਝ ਸਮਾਂ ਆਰਾਮ ਕਰਨਾ ਸੀ। ਆਲੇ ਦੁਆਲੇ ਉਹਨੇ ਲੋਕਾਂ ਨਾਲ ਮੋਹ ਪਾਇਆ, ਪ੍ਰੇਮ ਪਾਇਆ। ਇੱਕ ਸੱਜਣ ਉਹਨੂੰ ਬਾਜ਼ਾਰ ਵੇਖਣ ਲੈ ਗਿਆ। ਉਹਨੂੰ ਬਾਜ਼ਾਰ ਬੜਾ ਸੋਹਣਾ ਲੱਗਿਆ। ਉਹ ਦਿਨ ਰਾਤ ਬਾਜ਼ਾਰ ਵਿੱਚ ਘੁੰਮਦਾ ਹੈ। ਉਹਨੇ ਹੌਲੀ ਹੌਲੀ ਉੱਥੇ ਹੀ ਟਿਕਾਣਾ ਕਰ ਲਿਆ। ਜਿਸ ਘਰ ਦੇ ਵਿੱਚ ਉਹ ਰਹਿੰਦਾ ਸੀ, ਜਿਹੜੇ ਸੱਜਣ ਨੇ ਉਹਨੂੰ ਠਾਰ ਦਿੱਤੀ ਵੀ ਚਲੋ ਮੁਸਾਫਰ ਹੈ, 4 ਦਿਨ ਇਹਨੇ ਕੱਟਣੇ ਨੇ, ਉਹਨੇ ਕਈ ਵਾਰ ਚੇਤਾ ਕਰਾਇਆ ਵੀ ਭਾਈ ਸਾਹਿਬ ਤੁਸੀਂ ਅੱਗੇ ਨਹੀਂ ਜਾਣਾ। ਫਿਰ ਵੀ ਚਲੋ ਉੱਥੇ ਉਹ ਰਹਿੰਦਾ ਰਿਹਾ। ਅਖੀਰ ਉੱਥੋਂ ਵੀ ਉਸ ਨੂੰ ਤੁਰਨਾ ਪਿਆ ਤੇ ਜਿਹੜਾ ਦਿੱਤਾ ਹੋਇਆ ਸਮਾਂ ਸੀ, ਜਿੱਥੇ ਪਹੁੰਚਣਾ ਸੀ, ਉੱਥੇ ਵੀ ਉਹ ਪਹੁੰਚ ਨਾ ਸਕਿਆ। ਉਹਨੂੰ ਮੰਜ਼ਿਲ ਦਾ ਚੇਤਾ ਹੀ ਭੁੱਲ ਗਿਆ। ਹੁਣ ਉਹਨੂੰ ਜਦੋਂ ਕੋਈ ਪੁੱਛਦਾ ਵੀ ਤੂੰ ਕਿੱਥੇ ਜਾਣਾ ਸੀ, ਉਹ ਕਹਿੰਦਾ ਵੀ ਮੈਨੂੰ ਯਾਦ ਨਹੀਂ, ਮੈਂ ਤਾਂ ਫਲਾਨਾ ਪਿੰਡ ਵੇਖਿਆ, ਫਲਾਨਾ ਸ਼ਹਿਰ ਵੇਖਿਆ, ਫਲਾਨਾ ਬਾਜ਼ਾਰ ਵੇਖਿਆ, ਫਲਾਨੀ ਜਗ੍ਹਾ ਤੇ ਆਹ ਵੇਖਿਆ। ਉਹਨੂੰ ਸਾਰੇ ਦ੍ਰਿਸ਼ ਚੇਤੇ ਸਨ, ਪਰ ਉਸ ਭੁਲੱਕੜ ਨੂੰ ਆਪਣੀ ਮੰਜ਼ਿਲ ਚੇਤੇ ਨਹੀਂ। ਹੁਣ ਉਹ ਉਲਝਿਆ ਫਿਰਦਾ ਹੈ, ਭਟਕਿਆ ਫਿਰਦਾ ਹੈ, ਉਹਨਾਂ ਬਾਜ਼ਾਰਾਂ ਦੇ ਵਿੱਚ ਹੀ ਘੁੰਮਦਾ ਰਹਿੰਦਾ ਹੈ, ਉਸੇ ਸ਼ਹਿਰ ਵਿੱਚ ਹੀ ਚੱਕਰ ਕੱਟਦਾ ਰਹਿੰਦਾ ਹੈ। ਨਾ ਉਹਦੇ ਕੋਲ ਕੋਈ ਐਡਰੈਸ ਹੈ, ਨਾ ਪਤਾ ਹੈ, ਨਾ ਉਹਨੇ ਕਿੱਥੇ ਜਾਣਾ ਹੈ। ਉਹਨੂੰ ਆਪਣੀ ਮੰਜ਼ਿਲ ਦਾ ਗਿਆਨ ਹੈ। ਮਨੁੱਖ ਵੀ ਇਸ ਤਰ੍ਹਾਂ ਦਾ ਹੀ ਹੈ। ਸਾਡਾ ਜੀਵਨ ਇੱਕ ਸਫ਼ਰ ਹੈ। ਮਨੁੱਖ ਦੀ ਮੰਜ਼ਿਲ ਕੀ ਹੈ? ਸਚਿਆਰੇ ਬਣਨਾ, ਨੇਕ ਅਮਲ ਕਰਕੇ ਸਚਿਆਰਾ ਜੀਵਨ ਹੰਢਾਉਣਾ, ਤਾਂ ਕਿ ਇਸ ਜੀਵਨ ਨੂੰ ਦੁਰਲੱਭ ਤੇ ਕੀਮਤੀ ਸਮਝ ਕੇ ਮਾਣਿਆ ਜਾ ਸਕੇ। ਹੋਇਆ ਕੀ, ਆਲੇ ਦੁਆਲੇ ਵਿੱਚ ਪਰਚ ਜਾਂਦਾ ਹੈ, ਕਈ ਚੀਜ਼ਾਂ ਨੂੰ ਵੇਖਦਾ ਹੈ, ਰੂਪ, ਰੰਗ, ਰਸ, ਜਗਤ ਦੇ ਤਮਾਸ਼ੇ, ਵਕਾਰਾਂ ਦੇ ਵਿੱਚ ਵਾਸ਼ਨਾਵਾਂ ਨੂੰ ਚੰਗੀਆਂ ਲੱਗਦੀਆਂ, ਉਹਨਾਂ ਵਾਸ਼ਨਾਵਾਂ ਨੂੰ ਟੇਸਟ ਕਰਨ ਲੱਗ ਜਾਂਦਾ ਹੈ। ਇਹਨਾਂ ਚੀਜ਼ਾਂ ਵਿੱਚ ਇੰਨਾ ਕੁ ਉਲਝਿਆ ਹੋਇਆ, ਕਦੇ ਪਦਾਰਥ ਦੀ ਸਿਫਤ ਕਰਨ ਲੱਗ ਜਾਂਦਾ ਹੈ, ਪਦਾਰਥ ਇਕੱਠਾ ਕਰਦਾ ਹੈ, ਕਦੇ ਕੁਝ ਕਰਦਾ ਹੈ, ਕਦੇ ਕੁਝ ਕਰਦਾ ਹੈ। ਪਰ ਜਦੋਂ ਇਸ ਨੂੰ ਕੋਈ ਤੱਤਵੇਤਾ, ਕੋਈ ਰੱਬ ਦਾ ਬੰਦਾ ਪੁੱਛਦਾ ਹੈ, ਤੂੰ ਕਿਸੇ ਹੋਰ ਪਾਸੇ ਨਹੀਂ ਤੁਰਨਾ, ਇੱਥੇ ਹੀ ਉਲਝੇ ਰਹਿਣਾ, ਤਾਂ ਇਸ ਨੂੰ ਸੁੱਧ ਨਹੀਂ ਹੁੰਦੀ। ਜਾਂ ਫਿਰ ਉਹਨੂੰ ਕੋਈ ਪੁੱਛਦਾ ਹੈ ਵੀ ਤੈਨੂੰ ਪਤਾ ਹੈ, ਤੂੰ ਮਨੁੱਖ ਹੈ, ਤੈਨੂੰ ਕਿਹੋ ਜਿਹਾ ਹੋਣਾ ਚਾਹੀਦਾ? ਕਹਿੰਦਾ ਮੈਨੂੰ ਤਾਂ ਨਹੀਂ ਪਤਾ।
ਮੇਰੇ ਤਾਂ ਜ਼ਿੰਮੇ ਉਹ ਕੰਮ ਲੱਗਾ ਹੈ, ਮੈਂ ਇਸੇ ਕੰਮ 'ਚ ਉਲਝਿਆ, ਮੇਰਾ ਮਨ ਇੱਥੇ ਕੀ ਖੜਾ ਹੈ ਵੀ ਇੱਕ ਚੀਜ਼ ਲਈ ਦੌੜਦੇ ਰਹੋ, ਪ੍ਰਾਪਤੀ ਕੁਝ ਵੀ ਨਾ ਹੋਵੇ। ਦੁੱਖ ਹੰਢਾਓ, ਸੁੱਖ ਹੰਢਾਓ, ਵਿਕਾਰ ਹੰਢਾਓ, ਵਾਸ਼ਨਾਗ੍ਰਸਤ ਹੋਵੋ, ਮਾਯੂਸ ਤੇ ਉਦਾਸ ਹੋਵੋ, ਪਦਾਰਥਾਂ ਨੂੰ ਵੇਖ ਕੇ ਭਰਮਦੇ ਰਹੋ, ਭਟਕਦੇ ਰਹੋ। ਇਹ ਮੇਰੀ ਜ਼ਿੰਦਗੀ। ਚਿੰਤ ਖਟੋਲਾ, ਵਾਣ ਦੁੱਖ, ਬਿਰਹਿ ਵਿਛਾਵਣ ਲੇਫ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਹ ਸਾਡੀ ਤਰਜ਼ੇ ਜ਼ਿੰਦਗੀ, ਇਹ ਸਾਡਾ ਜੀਵਨ ਜਿਉਣ ਦਾ ਢੰਗ ਹੈ। ਭਗਤ ਕਬੀਰ ਜੀ ਮਹਾਰਾਜ ਸਾਨੂੰ ਯਾਦ ਕਰਾ ਰਹੇ ਨੇ, ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਓ। ਹੇ ਭਾਈ, ਮਤਾਂ ਕਿਤੇ ਤੁਸੀਂ ਵਿਸਾਰ ਦਿਓ, ਭੁੱਲ ਜਾਓ, ਇਸ ਗੱਲ ਨੂੰ ਭੁਲਾਓ ਨਾ, ਛੱਡੋ ਨਾ, ਇਹਨੂੰ ਚੇਤੇ ਵਿੱਚ ਰੱਖੋ, ਧਿਆਨ ਵਿੱਚ ਰੱਖੋ। ਕਿਹੜੀ ਗੱਲ ਨੂੰ? ਭਜੋ ਗੋਬਿੰਦ। ਇਸ ਖਲਕਤ ਨੂੰ ਸਿਰਜਣ ਵਾਲੇ ਆਪਣੇ ਸਿਰਜਣਹਾਰ ਨੂੰ ਚੇਤੇ ਵਿੱਚ ਰੱਖੋ, ਯਾਦ ਵਿੱਚ ਰੱਖੋ। ਸਦਾ ਉਸ ਮਾਲਕ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਓ। ਇਸ ਗੱਲ ਨੂੰ ਕਦੇ ਵੀ ਜੀਵਨ ਦਾ ਪੈਂਡਾ ਤੈਅ ਕਰਦਿਆਂ ਭੁਲਾਓ ਨਾ। ਜੇ ਚੇਤੇ ਵਿੱਚ ਰੱਖੋਗੇ ਤਾਂ ਤੁਸੀਂ ਮਾਨਸ ਜਨਮ ਕਾਇ ਹੀ ਲਾਓ। ਇਹ ਹੀ ਇੱਕ ਲਾਭ ਹੈ ਮਨੁੱਖਾ ਜੀਵਨ ਦਾ, ਜਿਹੜਾ ਤੁਸੀਂ ਇਕੱਠਾ ਕਰ ਸਕਦੇ। ਇਹ ਲਾਭ ਹੈ, ਬਾਕੀ ਹਾਨੀਆਂ ਨੇ। ਇਹਦਾ ਕੀ ਲਾਭ ਹੈ? ਪਰਮੇਸ਼ਰ ਨੂੰ ਸਦਾ ਚੇਤੇ 'ਚ ਰੱਖਣ ਦਾ ਕੀ ਲਾਭ ਹੈ? ਸਾਨੂੰ ਧਿਆਨ ਰਹਿੰਦਾ ਹੈ ਵੀ ਅਸੀਂ ਕੁਝ ਪਾ ਕੇ ਹੰਕਾਰ 'ਚ ਨਹੀਂ ਆਉਣਾ, ਕੁਝ ਗਵਾ ਕੇ ਮਾਯੂਸ ਨਹੀਂ ਹੋਣਾ, ਕਿਸੇ ਨਾਲ ਦਵੈਸ਼ ਨਹੀਂ ਕਰਨਾ, ਕਿਸੇ ਨਾਲ ਵੈਰ ਨਹੀਂ ਕਰਨਾ। ਵਾਸ਼ਨਾਵਾਂ ਛਿਨ ਭੰਗਰ ਦੀ ਖੇਡ ਹੈ, ਇਹ ਮਿਟ ਜਾਂਦੀਆਂ ਨੇ। ਪਰਮੇਸ਼ਰ ਸੱਚ ਹੈ, ਬਾਕੀ ਸਾਰਾ ਕੁਝ ਛਿਨ ਭੰਗਰ ਹੈ। ਜਿਹੋ ਜਿਹਾ ਨਜ਼ਰ ਆਉਂਦਾ ਹੈ ਉਹੋ ਜਿਹਾ ਹੈ ਨਹੀਂ। ਭਰਮ ਨਹੀਂ ਰਹੇਗਾ ਅੰਦਰ, ਭੁਲੇਖਾ ਨਹੀਂ ਰਹੇਗਾ, ਭਟਕਣਾ ਨਹੀਂ ਰਹੇਗੀ, ਉਲਝਣ ਨਹੀਂ ਰਹੇਗੀ। ਵਾਸ਼ਨਾ 'ਚ ਪੈ ਕੇ, ਵਕਾਰ ਭੋਗ ਕੇ ਮੰਦਾ ਆਚਰਣ ਨਹੀਂ ਬਣੇਗਾ, ਮਾੜਾ ਵਿਹਾਰ ਨਹੀਂ ਹੋਏਗਾ। ਪਰਮੇਸ਼ਰ ਨੂੰ ਯਾਦ ਕਰਨ ਦਾ ਲਾਭ ਇਹ ਹੋਏਗਾ, ਜ਼ਿੰਦਗੀ ਨੂੰ ਬੜੇ ਸਹਿਜ ਵਿੱਚ ਬੰਦਾ ਗੁਜ਼ਾਰੇਗਾ, ਉਹਦੇ ਹੁਕਮ ਨੂੰ ਮੰਨੇਗਾ, ਉਹਦੇ ਭਾਣੇ 'ਚ ਰਾਜੀ ਰਹੇਗਾ। ਇਸ ਸਹਿਜ ਪ੍ਰਕਿਰਿਆ ਵਿੱਚ ਜੀਵਨ ਲੰਘਦਾ ਜਾਏਗਾ। ਮੌਤ ਦਾ ਖੌਫ ਨਹੀਂ ਹੋਏਗਾ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਤੂੰ ਸਰਬ ਜੀਆਂ ਪ੍ਰਤ ਪਾਲਹੀ, ਤੇਰਾ ਲੇਖਾ ਸਾਸ ਗਿਰਾਸ। ਕਬੀਰ ਜੀ ਮਹਾਰਾਜ ਕਹਿੰਦੇ ਇਹ ਲਾਭ ਵਾਲੀ ਗੱਲ ਹੈ, ਇਹ ਲਾਹਾ ਖੱਟੋ। ਇਸ ਤਰ੍ਹਾਂ ਦੀ ਜ਼ਿੰਦਗੀ ਨੂੰ ਹੰਢਾਉਣਾ ਹੀ ਲਾਭ ਖੱਟਣਾ ਹੈ ਮਨੁੱਖਾ ਜੀਵਨ ਦਾ। ਤਾਂ ਫਿਰ ਆਰੰਭ ਦੇ ਵਾਕ ਵਿੱਚ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਈ ਪਾਈ। ਹੇ ਮਨੁੱਖ, ਭਾਵੇਂ ਤੂੰ ਕਹਿਣ ਮਾਤਰ ਮਨੁੱਖ ਹੈ, ਪਰ ਜਿਵੇਂ ਗੁਰੂ ਅਰਜਨ ਸਾਹਿਬ ਜੀ ਦਾ ਆਪਾਂ ਇੱਕ ਵਾਕ ਪੜ੍ਹਦੇ ਹਾਂ ਨਾ ਸੁਖਮਨੀ ਸਾਹਿਬ ਵਿੱਚ, ਕਰਤੂਤ ਪਸ਼ੂ ਕੀ ਮਾਨਸ ਜਾਤ। ਇਹ ਆਇਡੈਂਟਿਟੀ ਦੇ ਤੌਰ 'ਤੇ, ਪਛਾਣ ਦੇ ਤੌਰ 'ਤੇ ਅਸੀਂ ਮਨੁੱਖ ਹਾਂ, ਪਰ ਸਾਡਾ ਕਰਮ ਜਿਹੜਾ ਉਹ ਅਗਿਆਨਤਾ ਦੇ ਕਾਰਨ, ਬੇਸਮਝੀ ਦੇ ਕਾਰਨ, ਮੰਦੀਆਂ ਵਾਸ਼ਨਾਵਾਂ ਦੇ ਕਾਰਨ ਪਸ਼ੂ ਬਿਰਤੀ ਵਾਲਾ ਹੈ। ਕਰਮ ਕਰਕੇ ਪਸ਼ੂ ਹਾਂ, ਪਛਾਣ ਕਰਕੇ ਮਨੁੱਖ ਹਾਂ। ਤੇ ਸਾਹਿਬ ਕਹਿੰਦੇ ਨੇ ਤੂੰ ਸੱਚਮੁੱਚ ਹੀ ਮਨੁੱਖ ਬਣਨ ਦਾ ਯਤਨ ਕਰ, ਪਰ ਤੂੰ ਸੱਚਮੁੱਚ ਦਾ ਕਰਮ ਕਰਕੇ ਵੀ ਮਨੁੱਖ ਕਦੋਂ ਬਣੇਗਾ, ਉਹਦਾ ਅਭਿਆਸ ਦੱਸਦੇ ਨੇ। ਗੁਰ ਸੇਵਾ ਤੇ ਭਗਤ ਕਮਾਈ। ਗੁਰੂ ਦੀ ਸੇਵਾ, ਸਤਿਗੁਰੂ ਦੀ ਸੇਵਾ ਕੀ ਹੈ? ਗੁਰੂ ਦਾ ਹੁਕਮ ਮੰਨਣਾ, ਗੁਰੂ ਦੀ ਮੱਤ ਮੁਤਾਬਕ ਚੱਲਣਾ, ਸਤਿਗੁਰੂ ਦੇ ਸ਼ਬਦ ਨੂੰ ਕਮਾਉਣਾ। ਤੋ ਸਾਹਿਬ ਕਹਿੰਦੇ ਨੇ ਗੁਰ ਕੀ ਸੇਵਾ ਸ਼ਬਦ ਵਿਚਾਰ, ਭਾਵ ਗੁਰੂ ਦੇ ਉਪਦੇਸ਼ ਨੂੰ ਸੁਰਤ ਵਿੱਚ ਟਿਕਾਉਣਾ, ਉਹਦੇ ਮੁਤਾਬਕ ਜਿਉਣਾ। ਜਦੋਂ ਤੂੰ ਗੁਰੂ ਦੀ ਸੇਵਾ ਕਰਦੇ ਆ, ਭਗਤ ਕਮਾਈ, ਪਰਮੇਸ਼ਰ ਦੀ ਬੰਦਗੀ ਕਰੇਗਾ, ਇਬਾਦਤ ਕਰੇਗਾ, ਉਹਦੇ ਗੁਣਾਂ ਨੂੰ ਧਾਰਨ ਕਰੇਗਾ, ਉਹਦੀ ਹੋਂਦ ਦਾ ਅਹਿਸਾਸ ਕਰੇਗਾ, ਉਹਦੇ ਹੁਕਮ ਤੇ ਉਹਦੀ ਰਜ਼ਾ ਵਿੱਚ ਚੱਲੇਗਾ, ਇਹ ਭਗਤੀ ਕਮਾਏਗਾ ਜਦੋਂ ਤੂੰ। ਤਾਬੇ ਮਾਨਸ ਦੇਈ ਪਾਈ, ਤਦੋਂ ਸਮਝੀ ਤੂੰ ਮਨੁੱਖ ਹੈ, ਤਦੋਂ ਸਮਝੀ ਤੂੰ ਮਨੁੱਖਾ ਜੀਵਨ ਵਿੱਚ ਆਇਆ, ਵਰਨਾ ਤੇਰੇ ਕਰਮ ਪਸ਼ੂਆਂ ਵਾਲੇ ਰਹਿਣਗੇ। ਤਦੋਂ ਤੂੰ ਸਹੀ ਅਰਥਾਂ ਵਿੱਚ ਮਨੁੱਖ ਬਣੇਗਾ। ਫਿਰ ਕਹਿੰਦੇ ਹਨ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਜਿਹੜੀ ਮਨੁੱਖਾ ਜ਼ਿੰਦਗੀ ਦੀ ਗੱਲ ਕਬੀਰ ਜੀ ਕਹਿੰਦੇ ਮੈਂ ਤੈਨੂੰ ਦੱਸ ਰਿਹਾ, ਦੇਹੀ ਦਾ ਅਰਥ ਇੱਥੇ ਜੀਵਨ ਹੈ। ਕਈ ਵਾਰ ਸ਼ਬਦ ਹੋਰ ਵਰਤਿਆ ਜਾਂਦਾ ਹੈ, ਪਰ ਉਸ ਦਾ ਭਾਵ ਅਰਥ ਕੰਟੈਕਸਟ ਦੇ ਮੁਤਾਬਕ ਹੋਰ ਹੁੰਦਾ ਹੈ। ਦੇਹੀ ਦਾ ਮਤਲਬ ਹੈ ਆਇਡੈਂਟਿਟੀ, ਮਨੁੱਖੀ ਪਛਾਣ।
ਜਿਹੜੇ ਮਨੁੱਖਾ ਜੀਵਨ ਦੀ ਗੱਲ ਕਬੀਰ ਜੀ ਕਹਿੰਦੇ ਮੈਂ ਤੈਨੂੰ ਦੱਸ ਰਿਹਾ, ਜੇ ਤੂੰ ਇਸ ਨੂੰ ਪ੍ਰਾਪਤ ਕਰ ਲਿਆ, ਗੁਰੂ ਦੀ ਸੇਵਾ ਭਗਤੀ ਦੀ ਕਮਾਈ ਉੱਤਮ ਆਦਰਸ਼ਕ ਜੀਵਨ ਜੇ ਤੂੰ ਹਾਸਲ ਕਰ ਲਿਆ, ਤਾਂ ਯਾਦ ਰੱਖੀ ਤੇਰੇ ਐਸੇ ਉੱਚੇ ਮਿਆਰੀ ਆਦਰਸ਼ਕ ਮਨੁੱਖੀ ਜੀਵਨ ਦੇ ਸਾਹਮਣੇ ਦੇਵਤੇ ਵੀ ਤੁੱਛ ਹੋਣਗੇ। ਮਾਨੋ ਉਹ ਵੀ ਤਰਸ ਰਹੇ ਹੋਣਗੇ ਵੀ ਇਹੋ ਜਿਹਾ ਮਨੁੱਖ ਮੈਂ ਬਣ ਜਾਵਾਂ, ਕਿਉਂਕਿ ਉਹ ਵੀ ਵਾਸ਼ਨਾ ਦੇ ਬੱਧੇ ਨੇ। ਕੋਈ ਕ੍ਰੋਧੀ ਹੈ, ਕੋਈ ਹੰਕਾਰੀ ਹੈ, ਕੋਈ ਵਕਾਰੀ ਹੈ। ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਸੋ ਦੇਈ ਭਜ ਹਰ ਕੀ ਸੇਵ, ਸੋ ਐਸੀ ਦੇਈ, ਐਸਾ ਮਨੁੱਖਾ ਜੀਵਨ ਹਾਸਲ ਕਰਨ ਲਈ, ਐਸਾ ਮਨੁੱਖੀ ਸਟੇਟਸ ਹਾਸਲ ਕਰਨ ਲਈ ਭਜ ਹਰ ਕੀ ਸੇਵ, ਸਦਾ ਵਾਹਿਗੁਰੂ ਦੀ ਯਾਦ ਵਿੱਚ ਜੁੜ, ਉਹਦੇ ਹੋਣ ਦਾ ਅਹਿਸਾਸ ਕਰ, ਉਹਦੇ ਗੁਣਾਂ ਦਾ ਚੇਤਾ ਕਰ। ਫਿਰ ਫਰਮਾਉਂਦੇ ਨੇ, ਯਾਦ ਕਰਾਉਂਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਰਾ ਦਾ ਅਰਥ ਹੈ ਬੁਢੇਪਾ। ਸਮੇਂ ਨੂੰ ਸਾਂਭ, ਇਹਦਾ ਮਤਲਬ ਹੈ ਵੀ ਸਮੇਂ ਦੀ ਸੰਭਾਲ ਕਰ। ਤੂੰ ਅੱਜ ਦਾ ਕੰਮ ਕੱਲ੍ਹ ਤੇ ਛੱਡਦਾ, ਕੱਲ੍ਹ ਦਾ ਪਰਸੋਂ ਤੇ ਛੱਡਦਾ, ਤੇਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਗੁਜ਼ਰ ਜਾਂਦੀ ਹੈ। ਤੂੰ ਅੱਜ ਮਨ ਬਣਾਉਣਾ ਮੈਂ ਆਹ ਚੰਗਾ ਉਦਮ ਕਰਨਾ, ਫਿਰ ਢੇਰੀ ਢਾਹ ਦੇਣਾ ਤੇ ਤੇਰੇ ਕਈ ਸਾਲ ਲੰਘ ਜਾਂਦੇ ਨੇ। ਇੱਕ ਪਲ ਦਾ ਛੱਡਿਆ ਹੋਇਆ ਕੰਮ ਸਾਰੀ ਜ਼ਿੰਦਗੀ 'ਚ ਦੁਬਾਰਾ ਨਹੀਂ ਹੋ ਪਾਉਂਦਾ। ਇਹਨੂੰ ਬਾਣੀ ਨੇ ਕਿਹਾ ਹੈ, ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਬੇੜਾ ਪੈ ਸੋਇਆ, ਨੇਕ ਅਮਲ ਵਾਸਤੇ ਆਲਸ ਵਿਆਪ ਗਿਆ, ਮਾੜੇ ਕਰਮ ਵਾਸਤੇ ਇਹਦੇ ਅੰਦਰ ਉਦਮ ਤੇ ਤਾਕਤ ਪੈਦਾ ਹੋ ਗਈ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਸਾਹਿਬ ਜੀ ਕਹਿੰਦੇ ਨੇ ਯਾਦ ਰੱਖ, ਜਦੋਂ ਤੱਕ ਬੁਢੇਪਾ ਨਹੀਂ ਆਉਂਦਾ, ਭਾਵ ਬੁਢੇਪੇ ਦੀ ਉਡੀਕ ਨਾ ਕਰ। ਸਰੀਰ ਕਮਜ਼ੋਰ ਹੋ ਜਾਏਗਾ, ਇੰਦਰੇ ਖੀਣ ਹੋ ਜਾਣਗੇ, ਸਤਿਆ ਨਹੀਂ ਬਚੇਗੀ। ਇਸ ਤੋਂ ਪਹਿਲਾਂ ਸਮੇਂ ਦੀ ਸੰਭਾਲ ਕਰ। ਜਬ ਲਗ ਕਾਲ ਗ੍ਰਸੀ ਨੇ ਕਾਇਆ, ਮੌਤ ਆਏਗੀ, ਮੌਤ ਦੀ ਗ੍ਰਾਹੀ ਬਣ ਜਾਏਗਾ। ਉਸ ਸਮੇਂ ਤੋਂ ਪਹਿਲਾਂ ਸੰਭਾਲ ਕਰ, ਜੀਵਨ ਨੂੰ ਸਾਂਭ। ਫਿਰ ਕਹਿੰਦੇ ਹਨ, ਜਬ ਲਗ ਬਿਕਲ ਭਈ ਨਹੀਂ ਬਾਨੀ, ਜਦੋਂ ਤੇਰੇ ਗਲੇ ਚੋਂ ਆਵਾਜ਼ ਨਿਕਲਣੀ ਬੰਦ। ਬਿਕਲ ਦਾ ਮਤਲਬ ਕਮਜ਼ੋਰ, ਸਿੱਥੜ, ਤਾਕਤ ਤੋਂ ਰਹਿਤ, ਬੇਥਵੀ ਆਵਾਜ਼, ਯਾਨੀ ਸਰੀਰ ਇੰਨਾ ਕਮਜ਼ੋਰ ਵੀ ਬੰਦਾ ਕਹਿ ਵੀ ਨਹੀਂ, ਆਪਣੀ ਗੱਲ ਵੀ ਕਿਸੇ ਨੂੰ ਕਹਿ ਨਹੀਂ ਸਕਦਾ। ਜਦੋਂ ਤੱਕ ਇਹ ਅਵਸਥਾ ਨਹੀਂ ਆਉਂਦੀ, ਭਾਵ ਇਹ ਅਵਸਥਾ ਆਉਣ ਤੋਂ ਪਹਿਲਾਂ ਆਪਣੇ ਵਕਤ ਦੀ ਸੰਭਾਲ ਕਰ। ਕੋਈ ਨੇਕ ਅਮਲ ਕਮਾ, ਤੈਨੂੰ ਸੰਤੁਸ਼ਟੀ ਰਹੇ ਵੀ ਮੈਂ ਆਪਣੇ ਜੀਵਨ ਨੂੰ ਸਾਂਭਿਆ ਤੇ ਚੰਗਾ ਜੀਵਿਆ। ਭਜ ਲੈ ਰੇ ਮਨ ਸਾਰੰਗ ਪਾਣੀ, ਹੈ ਮੇਰੇ ਮਨ ਉਸ ਪਰਮੇਸ਼ਰ ਵਾਹਿਗੁਰੂ ਦੀ ਯਾਦ 'ਚ ਜੁੜਿਆ ਰਹੇ। ਅਬ ਨਾ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਏ। ਭਗਤ ਜੀ ਮਹਾਰਾਜ ਕਹਿੰਦੇ ਨੇ, ਜੇ ਹੁਣ ਨਹੀਂ ਜਪੇਗਾ, ਹੁਣ ਨਹੀਂ ਚੇਤਾ ਕਰੇਗਾ, ਹੁਣ ਨਹੀਂ ਸੁਰਤ ਨੂੰ ਸਵਾਰੇਗਾ, ਹੁਣ ਮਨ ਨੂੰ ਉੱਚਾ ਨਹੀਂ ਕਰੇਗਾ, ਤੇ ਕਦੋਂ ਉਹ ਸਮਾਂ ਆਏਗਾ ਜਦੋਂ ਓੜਕ ਨੂੰ ਸਮਾਂ ਪੁੱਗ ਜਾਂਦਾ ਨਾ ਭਜਿਆ ਜਾਏ, ਫਿਰ ਨਹੀਂ ਚੇਤੇ ਹੁੰਦਾ। ਬੰਦਾ ਇੰਨਾ ਭੁਲਕ, ਜਿਹੜੀਆਂ ਤੂੰ ਵਾਸ਼ਨਾਵਾਂ ਇਕੱਠੀਆਂ ਕਰ ਰਿਹਾ, ਜਿਹੜਾ ਤੂੰ ਚਿੰਤਨ ਹੁਣ ਸਿਰਜ ਰਿਹਾ, ਇਹੀ ਤੇਰੇ ਅੰਦਰ ਚੱਲੀ ਜਾਣਾ। ਜੇ ਤੂੰ ਅੱਜ ਇਸ ਪ੍ਰੋਸੈਸ ਵਿੱਚ ਨਾ ਪਿਆ, ਆਪਣਾ ਟਰੈਕ ਨਾ ਬਦਲਿਆ, ਤੇ ਤੂੰ ਕਦੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਤੂੰ ਦਾਅਵਾ ਕਰਦਾ ਪੂਰਬ ਨੂੰ ਜਾਣਦਾ, ਕਦਮ ਤੋਂ ਪੱਛਮ ਨੂੰ ਪੁੱਟਦਾ। ਜਦੋਂ ਤੇਰਾ ਚਿੰਤਨ ਹੀ ਮਾੜਾ, ਤੂੰ ਕੱਲ ਨੂੰ ਕਿਵੇਂ ਆਪਣੇ ਜੀਵਨ ਨੂੰ ਸਵਾਰ ਲਏਗਾ। ਯਤਨ ਤੇ ਹੁਣ ਹੀ ਆਰੰਭ ਕਰਨਾ ਪੈਣਾ। ਇਸ ਕਰਕੇ ਕਹਿੰਦੇ ਨੇ, ਜੋ ਕਿਛ ਕਰੈ ਸੋਈ ਅਬ ਸਾਰ, ਜੋ ਕੁਝ ਵੀ ਕਰਨਾ ਹੈ, ਭਾਵ ਜਿਹੜਾ ਨੇਕ ਅਮਲ ਕਮਾਉਣਾ ਹੈ, ਚੰਗਾ ਉਦਮ ਕਰਨਾ ਹੈ, ਜੀਵਨ ਸਵਾਰਨਾ ਹੈ, ਭਲਾ ਕਰਨਾ ਹੈ, ਆਪਣੇ ਆਪ ਨੂੰ ਚੰਗੇ ਢੰਗ ਨਾਲ ਜਿਉਣਾ ਹੈ, ਰੱਬੀ ਯਾਦ ਵਿੱਚ ਜੁੜਨਾ ਹੈ, ਹੁਣੇ ਹੀ ਇਹਨੂੰ ਸੰਭਾਲ, ਹੁਣੇ ਹੀ, ਹੁਣ ਤੋਂ ਹੀ। ਤੋ ਕਹਿੰਦੇ ਨੇ, ਫਿਰ ਪਛਤਾਹੋ ਨਾ ਪਾਵੋ ਪਾਰ, ਵਰਨਾ ਫਿਰ ਤੂੰ ਪਛਤਾਵੇਂਗਾ। ਜਦੋਂ ਸਮਾਂ ਲੰਘ ਜਾਂਦਾ ਹੈ, ਵਕਤ ਲੰਘ ਜਾਂਦਾ ਹੈ, ਚੋਇਸ ਨਹੀਂ ਰਹਿ ਜਾਂਦੀ, ਫਿਰ ਪਛਤਾਵਾ ਰਹਿੰਦਾ ਬੰਦੇ ਦੇ ਅੰਦਰ। ਫਿਰ ਉਸ ਪਛਤਾਵੇ ਚੋਂ ਤੂੰ ਨਿਕਲ ਨਹੀਂ ਸਕਣਾ। ਫਿਰ ਉਹ ਪਛਤਾਵੇ ਨੇ ਤੈਨੂੰ ਘੇਰ ਲੈਣਾ ਚਾਰ ਚੁਫੇਰੋਂ, ਤੇਰੇ ਮਨ ਨੂੰ ਉਦਾਸ ਤੇ ਮਾਯੂਸ ਕਰ ਦੇਣਾ। ਫਿਰ ਉਸ ਉਦਾਸੀ ਤੇ ਮਾਯੂਸੀ ਦੇ ਵਿੱਚੋਂ ਕੋਈ ਵੀ ਸੁੱਖ ਨਹੀਂ ਨਿਕਲਣਾ। ਤੇ ਉਹਦੇ ਤੋਂ ਤੂੰ ਬਚੇਂਗਾ ਕਿਵੇਂ? ਤੇਰੇ ਕੋਲ ਰਾਹ ਵੀ ਕੋਈ ਨਹੀਂ ਹੋਣਾ। ਮੰਨ ਲਓ ਤੂੰ ਆਪਣੇ ਆਪ ਨੂੰ ਇੱਕ ਹਨੇਰੇ ਕਮਰੇ 'ਚ ਬੰਦ ਕਰ ਲੈਣਾ, ਜਿੱਥੋਂ ਨਿਕਲਣ ਦਾ ਮਾਰਗ ਕੋਈ। ਪਛਤਾਵੇ ਨੇ ਤੈਨੂੰ ਅੰਦਰੋਂ ਖਾ ਲੈਣਾ, ਤੈਨੂੰ ਅੰਦਰੋਂ ਖੋਖਲਾ ਕਰ ਦੇਣਾ। ਫਿਰ ਤੂੰ ਹੱਥ ਮਲਣਾ ਵੀ ਉਹ ਵਕਤ ਸੀ, ਸਮਾਂ ਸੀ, ਮੌਕਾ ਸੀ,
ਮੈਂ ਆਹ ਕਰਦਾ, ਆਹ ਕਰਦਾ, ਆਹ ਕਰਦਾ, ਪਰ ਤੂੰ ਕੁਝ ਵੀ ਸੰਤੁਸ਼ਟੀਜਨਕ ਨਹੀਂ ਕੀਤਾ। ਐਸਾ ਕਾਰਜ ਜਿਹੜਾ ਤੇਰੇ ਮਨ ਨੂੰ ਸੈਟਿਸਫਾਈ ਰੱਖੇ ਔਰ ਤੂੰ ਕਹੇ ਹਾਂ ਮੈਂ ਇੱਕ ਰੱਜਿਆ ਹੋਇਆ ਮਨੁੱਖ ਹਾਂ, ਹਾਂ ਮੈਂ ਇੱਕ ਸੁਖੀ ਮਨੁੱਖ ਹਾਂ, ਹਾਂ ਮੈਂ ਇੱਕ ਸੰਤੁਸ਼ਟ ਮਨੁੱਖ ਹਾਂ, ਹਾਂ ਮੈਨੂੰ ਆਪਣੇ ਜੀਵਨ ਦੇ ਕਿਸੇ ਕਰਮ ਉੱਤੇ ਮਲਾਲ ਨਹੀਂ। ਤੇਰਾ ਅੰਤਰ-ਆਤਮਾ ਤੈਨੂੰ ਸਤਿਕਾਰ ਦੇਵੇ, ਤੂੰ ਖੁਦ ਆਪਣੇ ਆਪ ਨੂੰ ਸ਼ਾਬਾਸ਼ ਦੇਵੇਂ ਵੀ ਤੂੰ ਚੰਗਾ ਜੀਵਨ ਜੀਵੇ। ਤੇਰੇ ਮਨ ਤੇ ਬੋਝ ਨਾ ਹੋਵੇ, ਸੁਰਤ ਤੇ ਭਾਰ ਨਾ ਹੋਵੇ, ਪੱਲੇ ਪਛਤਾਵਾ ਨਾ ਹੋਵੇ, ਤੈਨੂੰ ਆਪਣੀ ਜ਼ਿੰਦਗੀ ਦੇ ਉੱਤੇ ਕੋਈ ਉਦਾਸੀ ਜਾਂ ਮਾਯੂਸੀ ਨਾ ਹੋਵੇ। ਤੈਨੂੰ ਇਹ ਲੱਗੇ ਨਾ ਕਿ ਮੈਂ ਇਹ ਕਰ ਸਕਦਾ ਸੀ, ਮੈਂ ਕੀਤਾ ਨਹੀਂ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਸੋ ਸੇਵਕ ਜੋ ਲਾਇਆ ਸੇਵ। ਪਰਮੇਸ਼ਰ ਦਾ ਸੇਵਕ ਕੋਈ ਹੈ ਜਿਹਨੂੰ ਉਹ ਆਪ ਕਿਰਪਾ ਕਰਕੇ ਉਦਮ ਬਲ ਬਖਸ਼ਦਾ ਤੇ ਆਪਣੀ ਸੇਵਾ ਆਪਣੇ ਚਿੰਤਨ ਵਿੱਚ ਲਾ ਲੈਂਦਾ, ਆਪਣੀ ਯਾਦ ਵਿੱਚ ਜੋੜਦਾ, ਨੇਕ ਰਾਹ ਤੇ ਤੋਰਦਾ। ਤਿਨਹੀ ਪਾਏ ਨਿਰੰਜਨ ਦੇਵ। ਉਹੀ ਉਸ ਮਾਇਆ ਦੇ ਪ੍ਰਭਾਵ ਤੋਂ ਰਹਿਤ ਦੈਵੀ ਸਰੂਪ ਵਾਲੇ ਰੱਬੀ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਜੋ ਸਰਬ ਗੁਣ ਸੰਪੰਨ ਹੈ, ਉਹਦੀ ਯਾਦ ਵਿੱਚ ਜੁੜਦਾ ਹੈ, ਉਹਨੂੰ ਪ੍ਰਾਪਤ ਕਰ ਲੈਂਦਾ ਹੈ। ਪਰ ਇਹ ਦਾਤ ਤਦੋਂ ਮਿਲਦੀ ਏ ਗੁਰ ਮਿਲ ਤਾਕੇ ਖੁੱਲੇ ਕਪਾਟ। ਜਿਨ੍ਹਾਂ ਦੇ ਗੁਰੂ ਨੂੰ ਮਿਲ ਕੇ ਕਪਾਟ ਦਰਵਾਜ਼ੇ ਖੁੱਲ ਗਏ। ਭਰਮ ਦੇ ਦਰਵਾਜ਼ੇ, ਅਸੀਂ ਭਰਮ ਵਿੱਚ ਹਾਂ। ਭਰਮ ਦਾ ਮਤਲਬ ਹੁੰਦਾ ਭੁਲੇਖਾ। ਭਰਮ ਅਗਿਆਨਤਾ 'ਚੋਂ ਪੈਦਾ ਹੁੰਦਾ। ਜਿਵੇਂ ਹਨੇਰਾ, ਹਨੇਰੇ 'ਚ ਰੱਸੀ ਪਈ ਹੋਵੇ ਤਾਂ ਸਾਨੂੰ ਲੱਗੇਗਾ ਸੱਪ ਪਿਆ। ਆਪਣਾ ਹੀ ਕੋਈ ਹਨੇਰੇ 'ਚ ਸਾਡੇ ਸੱਪਾਂ ਨੂੰ ਪੁੱਛਦੇ ਤੂੰ ਕੌਣ ਹੈ, ਇਹਦਾ ਮਤਲਬ ਸਾਨੂੰ ਭੁਲੇਖਾ ਹੈ ਨਾ ਵੀ ਕੋਈ ਹੋਰ ਆਦਮੀ। ਹਨੇਰਾ ਸੱਚ ਨੂੰ ਝੂਠ, ਝੂਠ ਨੂੰ ਸੱਚ, ਚੀਜ਼ ਦਾ ਰੂਪ ਬਦਲ ਦਿੰਦਾ। ਹਨੇਰੇ 'ਚ ਅਸੀਂ ਭੁਲੇਖਾ ਖਾਂਦੇ, ਪਛਾਣ ਨਹੀਂ ਸਕਦੇ ਕਿਸੇ ਚੀਜ਼ ਨੂੰ। ਅਗਿਆਨ ਅੰਧਕਾਰ ਹੈ। ਸਵੈ ਸਰੂਪ ਦਾ ਅਗਿਆਨ ਉਹ ਹਨੇਰਾ ਹੈ ਜਿਹੜਾ ਸਾਡੇ ਅੰਦਰ ਭਰਮ ਦੀ ਸਥਿਤੀ ਪੈਦਾ ਕਰਦਾ ਹੈ, ਭੁਲੇਖੇ ਸਿਰ ਦੇ। ਅਸੀਂ ਜਿਹੜੀ ਚੀਜ਼ ਨੂੰ ਸਹੀ ਸਮਝਦੇ ਉਹ ਗਲਤ ਨਿਕਲਦੀ ਹੈ। ਪਾਪ ਨੂੰ ਪੁੰਨ ਸਮਝੀ ਜਾਂਦੇ, ਪੁੰਨ ਨੂੰ ਪਾਪ ਸਮਝੀ ਜਾਂਦੇ ਆ। ਗਲਤ ਨੂੰ ਸਹੀ ਸਮਝ ਕੇ ਅਪਣਾਇਆ ਹੋਇਆ, ਸਹੀ ਦਾ ਸਹੀ ਮਾਰਗ ਛੱਡਿਆ ਹੋਇਆ। ਬਾਵੈ ਮਾਰਗ ਟੇਢਾ ਚੱਲਣਾ, ਸੀਧਾ ਛੋੜ ਅਪੂਠਾ ਬੋਲਣਾ। ਤੋ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਭਰਮ ਦੇ ਦਰਵਾਜ਼ੇ ਬੰਦ ਨੇ, ਭਰਮ ਦੇ ਕਵਾੜ ਨੇ। ਇਹ ਕੌਣ ਖੋਲੇਗਾ? ਗੁਰੂ ਆਪਣੇ ਆਤਮਿਕ ਗਿਆਨ ਨਾਲ ਸਾਨੂੰ ਜਦੋਂ ਸੋਝੀ ਦਿੰਦਾ ਹੈ, ਗਿਆਨ ਦਿੰਦਾ ਹੈ, ਤੇ ਸਾਡਾ ਭਰਮ ਮਿਟ ਜਾਂਦਾ ਹੈ, ਭੁਲੇਖੇ ਦੂਰ ਹੋ ਜਾਂਦੇ ਨੇ। ਬੌਰ ਨਾ ਆਵੇ ਜੋਨੀ ਬਾਟ। ਜਿਸ ਦੇ ਭਰਮ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਨੇ, ਜਿਸ ਦਾ ਭਰਮ ਦੂਰ ਹੋ ਜਾਂਦਾ ਹੈ, ਗੁਰੂ ਦੇ ਗਿਆਨ ਦੀ ਰੋਸ਼ਨੀ ਜਿਹਦੇ ਦਿਲ ਵਿੱਚ ਹੋ ਜਾਂਦੀ ਹੈ, ਸੁਰਤ ਵਿੱਚ ਹੋ ਜਾਂਦੀ ਹੈ, ਕਬੀਰ ਜੀ ਕਹਿੰਦੇ ਨੇ ਉਹ ਫਿਰ ਜੂਨਾ ਨਖਿੱਧ ਬਿਰਤੀਆਂ ਦੇ ਰਾਹ ਤੇ ਨਹੀਂ ਤੁਰਦਾ। ਉਹ ਸੁਰਤ ਮਨ ਔਰ ਬਿਰਤੀ ਕਰਕੇ ਪਸ਼ੂਆਂ ਦੀਆਂ ਜੂਨਾਂ ਨਹੀਂ ਹੰਡਾਉਂਦਾ। ਉਸ ਅੰਦਰੋਂ ਫਿਰ ਨੇਕ ਅਮਲ ਕਰਨ ਵਾਲਾ ਇਨਸਾਨ ਬਣਦਾ ਹੈ। ਪਾਤਸ਼ਾਹ ਕਹਿੰਦੇ ਨੇ, ਫਿਰ ਸਮਝਾਉਂਦੇ ਆ, ਇਹੀ ਤੇਰਾ ਅਵਸਰ, ਇਹ ਤੇਰੀ ਬਾਰ, ਇਹੀ ਤੇਰੇ ਕੋਲ ਵਕਤ ਹੈ, ਇਹੀ ਤੇਰੇ ਕੋਲ ਸਮਾਂ, ਇਹੀ ਤੇਰੇ ਕੋਲ ਵਾਰੀ ਹੈ। ਸਮਝੋ, ਜਾਨੀ ਤੇਰੇ ਕੋਲ ਇਹੋ ਹੀ ਚਾਂਸ ਹੈ। ਘੱਟ ਭੀਤਰ ਤੂੰ ਦੇਖ ਵਿਚਾਰ। ਕਬੀਰ ਜੀ ਕਹਿੰਦੇ ਆਪਣੇ ਅੰਦਰ ਵਿਚਾਰ ਕੇ ਵੇਖਿਆ ਕਰ, ਆਪਣੇ ਆਪ ਨੂੰ ਖੋਜਿਆ ਕਰ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਿਆ ਕਰ। ਜਿੰਨਾ ਚਿਰ ਤੂੰ ਆਤਮ ਚਿੰਤਨ ਨਹੀਂ ਕਰੇਗਾ, ਆਪਣੇ ਬਾਰੇ ਖੁਦ ਆਪਣੇ ਆਪ ਨੂੰ ਨਹੀਂ ਪੁੱਛੇਗਾ, ਆਪਣੇ ਅੰਦਰ ਝਾਤ ਨਹੀਂ ਮਾਰੇਗਾ, ਤੈਨੂੰ ਜੀਵਨ ਦੀ ਕੋਈ ਸਮਝ ਨਹੀਂ ਆ ਸਕਦੀ। ਜੀਵਨ ਤੇਰਾ ਹੈ, ਤੂੰ ਉਹਨੂੰ ਜੀ ਰਿਹਾ ਹੈ, ਜੀਵਨ ਦੀ ਤੋਰ ਰਿਹਾ ਹੈ। ਤੂੰ ਆਸੇ-ਪਾਸੇ ਹਰ ਚੀਜ਼ ਨੂੰ ਵੇਖਦਾ ਹੈ, ਇੱਕ ਖੁਦ ਨੂੰ ਨਹੀਂ ਵੇਖਦਾ। ਤੂੰ ਆਪਣੀ ਦੇਹ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਤੇ ਸਵਾਰਦਾ ਹੈ, ਪਰ ਆਪਣੇ ਅੰਦਰ ਝਾਤ ਨਹੀਂ ਮਾਰਦਾ। ਆਪਣੇ ਦਿਲ ਨੂੰ ਨਹੀਂ ਤੱਕਦਾ, ਆਪਣੀ ਸੁਰਤ ਦੀ ਹਾਲਤ ਨਹੀਂ ਵੇਖਦਾ, ਆਪਣੇ ਮਨ ਦੀ ਦਸ਼ਾ ਨਹੀਂ ਵੇਖਦਾ। ਇਸ ਕਰਕੇ ਤੂੰ ਨਿੱਜ ਤੋਂ ਖੁੰਝਿਆ ਹੋਇਆ। ਤੈਨੂੰ ਆਸੇ-ਪਾਸੇ ਦਾ ਪਤਾ ਹੋ ਸਕਦਾ ਹੈ, ਪਰ ਨਿੱਜ ਦਾ ਕੋਈ ਪਤਾ ਨਹੀਂ। ਸੁਨੋ ਰੇ, ਤੂੰ ਕੌਣ? ਕਹਾਂ ਤੇ ਆਏ? ਤੂੰ ਕੌਣ ਹੈ? ਤੇਰਾ ਪਰਪਸ ਕੀ ਹੈ? ਮਕਸਦ ਕੀ ਹੈ? ਤੂੰ ਕਰ ਕੀ ਰਿਹਾ? ਤੇਰਾ ਮਨ ਕਿੱਥੇ ਖੜਾ ਹੈ? ਸੁਰਤ ਕਿੱਥੇ ਖੜੀ ਹੈ? ਤੇਰਾ ਕਰਮ ਕਿਹੋ ਜਿਹਾ ਹੈ? ਤੂੰ ਕਦੇ ਨਹੀਂ ਪਰਖਦਾ। ਖੁਦ ਨੂੰ ਤੂੰ ਕਦੇ ਪੁੱਛਦਾ ਨਹੀਂ, ਖੁਦ ਨੂੰ ਤੂੰ ਕਦੇ ਜਾਣਦਾ ਨਹੀਂ, ਖੁਦ ਨੂੰ ਤੂੰ ਕਦੇ ਪਰਖਦਾ ਨਹੀਂ, ਤੇ ਖੁਦ ਨੂੰ ਕਦੇ ਤੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ।
ਇਸ ਕਰਕੇ ਘਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕਹਿ ਹਾਰ। ਕਬੀਰ ਜੀ ਕਹਿੰਦੇ ਨੇ ਬਾਕੀ ਤੇਰੀ ਮਰਜ਼ੀ ਹੈ, ਭਾਵੇਂ ਤੂੰ ਜੀਵਨ ਦੀ ਬਾਜੀ ਜਿੱਤ ਲੈ ਤੇ ਭਾਵੇਂ ਹਾਰ ਲੈ, ਤੇਰੇ ਕੋਲ ਦੋਵੇਂ ਹੀ ਰਾਹ ਨੇ। ਤੂੰ ਹਾਰ ਵੀ ਸਕਦਾ, ਸਭ ਕੁਝ ਗਵਾ ਵੀ ਸਕਦਾ ਤੇ ਜਿੱਤ ਵੀ ਸਕਦਾ। ਤੇਰੇ 'ਚ ਦੋਵੇਂ ਫੈਕਟਰੀ ਕੰਮ ਕਰਦੇ ਨੇ। ਤੂੰ ਜਿਹੜੀ ਚੋਇਸ ਹੈ ਤੇਰੀ, ਤੂੰ ਕੀ ਚੂਜ਼ ਕਰਨਾ, ਤੂੰ ਕੀ ਚੁਣਨਾ ਦੋਵਾਂ 'ਚੋਂ। ਹਾਰ ਵੀ ਹੈ, ਜਿੱਤ ਵੀ ਹੈ, ਜ਼ਹਿਰ ਵੀ ਹੈ, ਅੰਮ੍ਰਿਤ ਵੀ ਹੈ। ਕਬੀਰ ਜੀ ਕਹਿੰਦੇ ਨੇ ਬਹੁ ਬਿਧ ਕਹਿਓ ਪੁਕਾਰ ਪੁਕਾਰ। ਬਹੁ ਬਿਧ ਦਾ ਮਤਲਬ ਹੈ ਕਈ ਤਰੀਕਿਆਂ ਨਾਲ। ਮੈਂ ਤਾਂ ਭਾਈ ਵੱਖ-ਵੱਖ ਤਰੀਕਿਆਂ ਨਾਲ ਉਦਾਹਰਨਾਂ ਦੇ ਕੇ, ਵੱਖ ਤਰੀਕਿਆਂ ਨਾਲ ਵੱਖਰੇ ਵੱਖਰੀ ਗੱਲ ਕਹਿ ਕੇ, ਕਈ ਤਰੀਕਿਆਂ ਦੇ ਨਾਲ ਮੈਂ ਪੁਕਾਰ ਕੇ ਜਾਣੀ। ਜਿਹੜੀ ਗੱਲ ਕਿਸੇ ਨੂੰ ਕਿਸੇ ਦੇ ਧਿਆਨ 'ਚ ਲਿਆਉਣ ਵਾਸਤੇ ਉਚੇਚੇ ਤੌਰ 'ਤੇ ਉਹਨੂੰ ਕਹੀ ਜਾਏ, ਪੂਰੀ ਅਟੈਂਸ਼ਨ ਦੇ ਨਾਲ ਉਹਨੂੰ ਪੁਕਾਰ ਕਿਹਾ ਜਾਂਦਾ ਹੈ। ਕਹਿੰਦੇ ਮੈਂ ਤਾਂ ਤੈਨੂੰ ਬਾਰ-ਬਾਰ ਵੱਖ-ਵੱਖ ਤਰੀਕਿਆਂ ਨਾਲ ਪੁਕਾਰ ਕੇ ਕਹਿ ਰਿਹਾ ਹਾਂ, ਆਪਣੇ ਆਪ ਨੂੰ ਖੋਜ, ਜਾਣ ਅਤੇ ਸਹੀ ਮਨੁੱਖ ਬਣ ਕੇ ਜੀਵਨ ਜੀਓ। ਸਾਹਿਬ ਕਿਰਪਾ ਕਰਨ। ਸ਼ਬਦ ਦਾ ਜੋ ਉਪਦੇਸ਼ ਹੈ ਸਾਡੇ ਸਭਨਾਂ ਦੇ ਮਨ ਹਿਰਦੇ 'ਚ ਵਸੇ। ਗਰੀਬ ਨਵਾਜ ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।